ਅੱਜ ਤੋਂ ਸ਼ੁਰੂ ਕਰਾਂਗੇ ਜੀ ਅਸੀਂ ਮਾਡਰਨ ਇੰਡੀਅਨ ਹਿਸਟਰੀ ਦੇ ਪ੍ਰਸ਼ਨ। ਇੱਕ ਟਾਈਮ ਸੀ ਜਦੋਂ ਨਾ ਏਸ਼ੀਅਨ ਤੇ ਮਿਡਾਈਵਲ ਵਿੱਚੋਂ ਪ੍ਰਸ਼ਨ ਘੱਟ ਪੁੱਛੇ ਜਾਂਦੇ ਸੀ, ਜ਼ਿਆਦਾ ਪ੍ਰਸ਼ਨ ਮਾਡਰਨ ਵਿੱਚੋਂ ਹੀ ਪੁੱਛੇ ਜਾਂਦੇ ਸੀ। ਤੇ ਹੁਣ ਮਾਡਰਨ, ਏਸ਼ੀਅਨ, ਮਿਡਾਈਵਲ ਸਾਰਿਆਂ ਵਿੱਚੋਂ ਪ੍ਰਸ਼ਨ ਪੁੱਛੇ ਜਾ ਰਹੇ ਆ। ਦੇਖਦੇ ਹਾਂ ਜੀ। ਇਨ ਦਾ ਇੰਟਰਿਮ ਗਵਰਨਮੈਂਟ ਫਾਰਮਡ ਇਨ 1946, 1946 ਵਿੱਚ ਜਦੋਂ ਇੱਕ ਸਾਡੀ ਇੰਟਰਿਮ ਗਵਰਨਮੈਂਟ ਬਣੀ ਸੀ, ਜਦੋਂ ਤੱਕ ਆਪਣੇ ਆਜ਼ਾਦ ਭਾਰਤ ਦੀ ਪੱਕੀ ਸਰਕਾਰ ਨਹੀਂ ਬਣ ਜਾਂਦੀ, ਉਸ ਵੇਲੇ ਤੱਕ ਦੀ ਸਰਕਾਰ। ਦਾ ਵਾਈਸ ਪ੍ਰੈਜ਼ੀਡੈਂਟ ਆਫ ਦਾ ਐਗਜ਼ੀਕਿਊਟਿਵ ਕਾਉਂਸਲ ਵਾਸ, ਐਗਜ਼ੀਕਿਊਟਿਵ ਕਾਉਂਸਲ ਭਾਵ ਇਹ ਜਿਹੜੀ ਸਰਕਾਰ ਬਣੀ ਆ ਉਹਦਾ ਵਾਈਸ ਪ੍ਰੈਜ਼ੀਡੈਂਟ ਕੌਣ ਸੀ। ਇਹ ਪ੍ਰਸ਼ਨ ਪੋਲਿਟੀ ਦਾ ਵੀ ਆ, ਹਿਸਟਰੀ ਦਾ ਵੀ ਆ। ਤੇ ਦੇਖੋ, ਪੂਰੀ ਤਰ੍ਹਾਂ ਆਜ਼ਾਦੀ ਤਾਂ ਮਿਲੀ ਨਹੀਂ ਸੀ। ਇਹਦਾ ਮਤਲਬ ਜਿਹੜਾ ਪ੍ਰੈਜ਼ੀਡੈਂਟ ਹੋਏਗਾ ਉਹ ਕੋਈ ਬ੍ਰਿਟਿਸ਼ਰ ਹੋਏਗਾ। ਉਹ ਬ੍ਰਿਟਿਸ਼ਰ ਸੀ ਜੀ, ਵਾਇਸਰਾਏ ਵਗੈਰਾ ਪ੍ਰੈਜ਼ੀਡੈਂਟ ਸੀ। ਤੇ ਵਾਈਸ ਪ੍ਰੈਜ਼ੀਡੈਂਟ ਸੀਗਾ ਸਾਡਾ ਇੰਡੀਆ ਦਾ ਮੇਨ ਬੰਦਾ ਉਸ ਸਮੇਂ, ਉਹ ਸੀ ਜੀ ਜਵਾਹਰ ਲਾਲ ਨਹਿਰੂ। ਜਵਾਹਰ ਲਾਲ ਨਹਿਰੂ। Hooghly was used as a base for piracy in the Bay of Bengal by piracy। ਉਹ ਜਿਹੜੇ ਸਮੁੰਦਰੀ ਡਾਕੂ ਨਹੀਂ ਹੁੰਦੇ, ਲੁੱਟ ਲੈਂਦੇ, ਜਿਨ੍ਹਾਂ ਨੂੰ ਪਾਇਰੇਟਸ ਵੀ ਕਹਿੰਦੇ ਆ। ਤੇ ਹੁਗਲੀ ਦੇ ਲਾਗੇ ਨਾ, ਹੁਗਲੀ ਨੂੰ ਬੇਸ ਬਣਾਇਆ ਸੀ ਉਹ ਕਿਹੜੇ ਯੂਰੋਪੀਅਨਾਂ ਨੇ। ਉਹ ਕੀ ਕਰਦੇ ਸੀਗੇ, ਦੂਸਰੇ ਦਾ ਮਾਲ ਲੁੱਟ ਲੈਂਦੇ ਸੀ। ਉਹ ਕੌਣ ਸੀ ਜੀ? ਇਹ ਸੀ ਪੁਰਤਗਾਲੀ ਸੀ। ਉਹਨਾਂ ਨੇ ਸ਼ੁਰੂਆਤ ਵਿੱਚ ਇਸ ਤਰ੍ਹਾਂ ਦਾ ਕੰਮ ਕੀਤਾ। ਅੱਗੇ, ਪੁਰਤਗਾਲੀਆਂ ਨੇ ਬੰਗਾਲ ਦੀ ਖਾੜੀ ਵਿੱਚ ਹੁਗਲੀ ਨੂੰ ਸਮੁੰਦਰੀ ਡਾਕੂਆਂ ਦੇ ਅੱਡੇ ਵਜੋਂ ਵਰਤਿਆ। ਕੀ ਕਰਦੇ ਸੀ? ਇੱਥੋਂ ਡਾਕੇ ਮਾਰਦੇ ਸੀ। 1631-32 ਵਿੱਚ ਕਾਸਿਮ ਖਾਨ, ਜੋ ਸ਼ਾਹਜਹਾਂ ਦੇ ਰਾਜ ਦੌਰਾਨ ਬੰਗਾਲ ਦਾ ਗਵਰਨਰ ਸੀ, ਉਸਨੇ ਆਖਰਕਾਰ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ। ਭਾਵ ਇੱਥੋਂ ਦਾ ਜਿਹੜਾ ਮੇਨ ਬੰਦਾ ਸੀ, ਗਵਰਨਰ ਸੀ, ਉਸਨੇ ਇਹਨਾਂ ਨੂੰ ਫਿਰ ਹਰਾਤਾ, ਸਬਕ ਸਿਖਾਤਾ, ਕੰਟਰੋਲ ਕਰ ਲਿਆ। ਕਿਹਨਾਂ ਨੂੰ? ਇਹ ਪੁਰਤਗਾਲੀਆਂ ਨੂੰ। The Modi script was employed in the documents of ਮੋਦੀ ਲਿਪੀ ਕਿਹਨਾਂ ਦੁਆਰਾ ਵਰਤੀ ਜਾਂਦੀ ਸੀ? ਵੋਡੀਆਰਸ ਜਾਂ ਮੋਰਿਨਸ, ਹੋਇਸਾਲਾਸ ਜਾਂ ਮਰਾਠਿਆਂ ਦੁਆਰਾ? ਮਰਾਠਾਸ। ਆਂਸਰ ਹੈ ਜੀ ਮਰਾਠਾਸ। ਤੁਸੀਂ ਯਾਦ ਰੱਖਣਾ, ਐਮ ਤੋਂ ਮਰਾਠਾਸ, ਐਮ ਤੋਂ ਮੋਦੀ ਸਕ੍ਰਿਪਟ। ਐਗਜ਼ਾਮਿਨ ਦਾ ਮੈਪ ਗਿਵਨ ਬਿਲੋ। ਆ ਇੱਕ ਮੈਪ ਦਿੱਤਾ ਜੀ। The places marked 1, 2, 3 and 4 were respectively the seats of powers of the। ਦੱਸੋ ਜੀ ਇੱਥੇ ਕੌਣ ਕੌਣ ਰਾਜ ਕਰਦੇ ਸੀ? ਆਹ ਦਿੱਤੇ ਹੋਏ ਤੁਹਾਨੂੰ ਜੀ ਆਂਸਰ। ਸਿੰਧੀਆਸ, ਹੋਲਕਰਸ, ਗਾਇਕਵਾੜ ਤੇ ਬੌਂਸਲੇ। ਇਹ ਸਾਰੇ ਮਰਾਠਿਆਂ ਦੇ ਹੀ ਕੈਟਾਗਰੀ ਹੈ ਜੀ। ਮਰਾਠਿਆਂ ਦੇ ਵਿੱਚ ਅਲੱਗ-ਅਲੱਗ ਮਰਾਠਿਆਂ ਦੇ ਗਰੁੱਪ ਅਲੱਗ-ਅਲੱਗ ਏਰੀਏ ਤੇ ਰਾਜ ਕਰਦੇ ਸੀ। ਇਹ ਤੁਸੀਂ ਪੜ੍ਹੋਗੇ, NCERT ਵਿੱਚ ਲਿਖਿਆ ਹੈ ਜੀ। ਇਹ ਤੁਸੀਂ ਲੱਭਣਾ ਜੀ 1, 2, 3 ਤੇ 4 ਵਿੱਚ ਕੌਣ ਰਾਜ ਕਰਦਾ ਸੀ। ਜੇ ਥੋੜ੍ਹਾ ਬਹੁਤ ਪਤਾ ਹੋਵੇ ਤੁਹਾਨੂੰ, ਦੇਖੋ ਜੀ ਆਹ ਏਰੀਆ ਬਣਦਾ ਆ ਬੜੌਦਾ, ਹੈ ਨਾ, ਬੜੌਦਾ, ਗੁਜਰਾਤ ਦਾ ਬੜੌਦਾ। ਤੀਜੇ ਨੰਬਰ 'ਤੇ ਗੁਜਰਾਤ ਤੇ ਬੜੌਦੇ 'ਤੇ ਰਾਜ ਕਰਦੇ ਸੀ ਜੀ ਗਾਇਕਵਾੜ। ਅੱਛਾ ਜੀ, ਇਹਦਾ ਮਤਲਬ ਆਹ ਦੋਵਾਂ 'ਚੋਂ ਇੱਕ ਆਂਸਰ ਆ। ਤੇ ਬੌਂਸਲੇ ਰਾਜ ਕਰਦੇ ਸੀ ਜੀ ਨਾਗਪੁਰ 'ਚ। ਨਾਗਪੁਰ ਨਾ ਇੱਥੇ ਕਾ ਥੱਲੇ ਜੇ, ਇੱਥੇ ਇੱਕ ਸੀ ਨਾਗਪੁਰ। ਹਾਂ, ਆਹ ਚੌਥਾ ਫਿਰ ਨਾਗਪੁਰ ਹੋਇਆ। ਚਲੋ ਜੀ। ਸਿੰਧੀਆਸ ਸੀ ਜੀ ਤੁਹਾਡੇ, ਸਿੰਧੀਆਸ ਤੇ ਹੋਲਕਰ ਇੱਥੇ ਹੋ ਗਏ ਜੀ 2 ਤੇ। ਆਂਸਰ ਹੈ ਪਹਿਲਾ। ਆਪਾਂ ਇਹਨੂੰ ਪੜ੍ਹ ਲੈਂਦੇ ਹਾਂ, ਤੁਸੀਂ ਯਾਦ ਕਰ ਲਿਓ। ਸਿੰਧੀਆ ਸੀ ਜੀ ਗਵਾਲੀਅਰ ਤੇ ਉੱਪਰ ਹੋ ਗਿਆ ਗਵਾਲੀਅਰ, ਠੀਕ। ਹੋਲਕਰ ਹੋ ਗਏ ਇੰਦੌਰ ਦੇ, ਇੱਥੇ ਹੋ ਗਿਆ ਇੰਦੌਰ। ਗਵਾਲੀਅਰ ਤੇ ਇੰਦੌਰ ਮੱਧ ਪ੍ਰਦੇਸ਼ ਵਿੱਚ। ਗਾਇਕਵਾੜ ਹੋ ਗਏ ਬੜੌਦਾ ਤੇ, ਠੀਕ। ਤੇ ਬੌਂਸਲੇ ਹੋ ਗਏ ਨਾਗਪੁਰ ਦੇ, ਚੌਥਾ ਨਾਗਪੁਰ। ਦੇਖੋ ਇੱਥੇ ਨਾ ਐਗਜ਼ਾਮੀਨਰ ਨੇ ਤੁਹਾਡੀ ਜੋਗਰਾਫੀ ਵੀ ਚੈੱਕ ਕਰ ਲਈ ਵੀ ਆਹ ਹੈਗਾ ਆ ਤੁਹਾਡਾ ਗਵਾਲੀਅਰ, ਆਹ ਇੰਦੌਰ, ਆਹ ਬੜੌਦਾ, ਆਹ ਨਾਗਪੁਰ। ਤੁਸੀਂ ਇਹ ਰੱਟੇ ਮਾਰ ਲੈਣੇ ਆ। ਇਹ ਪ੍ਰਸ਼ਨ ਫਿਰ ਪੁੱਛਿਆ ਜਾ ਸਕਦਾ ਘੁਮਾ ਫਿਰਾ ਕੇ। ਵਿਚ ਵਨ ਆਫ ਦਾ ਫੋਲੋਇੰਗ ਪੇਅਰਸ ਇਜ਼ ਕਰੈਕਟਲੀ ਮੈਚਡ। ਦੱਸੋ ਜੀ ਕਿਹੜੇ ਕਿਹੜੇ ਕਰੈਕਟਲੀ ਮੈਚਡ ਆ। ਬੈਟਲ ਆਫ ਬਕਸਰ, ਇੱਕ ਪਾਸੇ ਮੀਰ ਜਾਫਰ, ਦੂਸਰੇ ਪਾਸੇ ਕਲਾਈਵ ਨਹੀਂ ਸੀ ਜੀ, ਹੈ ਨਾ, ਮੁਨਰੋ ਸੀ ਸ਼ਾਇਦ। ਹਾਂ, ਮੁਨਰੋ ਸੀ, ਸਾਨੂੰ ਸ਼ੱਕ ਆ, ਛੱਡੋ ਇਹਨੂੰ। ਬੈਟਲ ਆਫ ਬੰਦੀਵਾਸ਼, ਫਰੈਂਚ ਵਰਸਸ ਈਸਟ ਇੰਡੀਆ ਕੰਪਨੀ। ਇਹ ਆਂਸਰ ਸਹੀ ਹੈ। ਬੰਦੀਵਾਸ਼ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ ਫਰਾਂਸੀਸੀਆਂ ਨੂੰ ਹਰਾਤਾ ਸੀ ਤੇ ਆਪਣਾ ਹੋਲਡ ਭਾਰਤ ਤੇ ਕਰ ਲਿਆ। ਵੀ ਹੁਣ ਫਰਾਂਸ ਅੰਗਰੇਜ਼ਾਂ ਲਈ ਕੋਈ ਜ਼ਿਆਦਾ ਸ਼ਕਤੀਸ਼ਾਲੀ ਵਿਰੋਧੀ ਨਹੀਂ ਰਿਹਾ ਸੀ।
ਬੈਟਲ ਆਫ ਬੰਦੀਵਾਸ ਵਿੱਚ ਅੰਗਰੇਜ਼ਾਂ ਨੇ ਫਰਾਂਸੀਸੀਆਂ ਨੂੰ ਹਰਾ ਦਿੱਤਾ ਸੀ। ਇੰਪੋਰਟੈਂਟ ਬੈਟਲ ਸੀ ਇਹ। ਅੱਛਾ, ਬੈਟਲ ਆਫ ਜਲਿਆਂਵਾਲਾ ਪੰਜਾਬ ਦੇ ਤੁਸੀਂ ਹੋਵੋਗੇ ਤਾਂ ਪੰਜਾਬ ਦਾ ਤੁਹਾਨੂੰ ਪਤਾ ਹੋਣਾ, ਇਹ ਐਂਗਲੋ ਸਿੱਖ ਵਾਰ ਸੀ ਜੀ। ਦੂਸਰੀ ਐਂਗਲੋ ਸਿੱਖ ਵਾਰ ਦੇ ਦੌਰਾਨ ਇਹ ਲੜਾਈ ਲੜੀ ਗਈ ਸੀ। ਪੜ੍ਹ ਲੈਂਦੇ ਜੀ। ਬੈਟਲ ਆਫ ਬੰਦੀਵਾਸ 1960 'ਚ ਲੜੀ ਗਈ, ਜਿਹਦੇ ਵਿੱਚ ਫ੍ਰੈਂਚ ਵਰ ਫਾਈਨਲੀ ਡਿਫੀਟਡ ਬਾਏ ਇੰਗਲਿਸ਼। ਫਰਾਂਸੀਸੀਆਂ ਨੂੰ ਆਖਿਰਕਾਰ ਅੰਗਰੇਜ਼ਾਂ ਨੇ ਹਰਾ ਦਿੱਤਾ। ਬੈਟਲ ਆਫ ਬਕਸਰ 1764 ਅੰਗਰੇਜ਼ਾਂ ਵੱਲੋਂ ਕੌਣ ਸੀ? ਮੁਨਰੋ। ਤੇ ਦੂਜੇ ਪਾਸੇ ਕੌਣ ਸੀ ਜਿਨ੍ਹਾਂ ਨੂੰ ਹਰਾਇਆ ਅੰਗਰੇਜ਼ਾਂ ਨੇ? ਮੀਰ ਕਾਸਿਮ, ਸੁਜਾਉਦੌਲਾ ਤੇ ਸ਼ਾਹ ਆਲਮ II, ਮੁਗਲ ਐਂਪਰਰ ਸ਼ਾਹ ਆਲਮ II। ਠੀਕ ਹੈ ਜੀ। The word Adivasi was used for the first time to refer to the tribal people by ਆਦੀਵਾਸੀ ਮੀਨ ਆਦਿ ਕਾਲ ਦੇ ਵਾਸੀ, ਇਸ ਧਰਤੀ ਦੇ ਸ਼ੁਰੂਆਤੀ ਤੌਰ ਤੇ ਰਹਿਣ ਵਾਲੇ ਬੰਦੇ, ਆਦਿ ਕਾਲ ਤੋਂ ਹੀ ਇੱਥੇ ਰਹਿਣ ਵਾਲੇ ਬੰਦੇ। ਵਾਸੀ ਮਤਲਬ ਵਸਨੀਕ। ਇਹ ਸ਼ਬਦ ਕਿਸ ਬੰਦੇ ਨੇ ਟਰਾਈਬਲ ਪੀਪਲ ਲਈ ਯੂਜ਼ ਕੀਤਾ? ਮਹਾਤਮਾ ਗਾਂਧੀ, ਠੱਕਰ ਬੱਪਾ, ਜੋਤੀ ਬਾਈ ਫੂਲੇ ਜਾਂ BR ਅੰਬੇਦਕਰ? ਆਨਸਰ ਹੈ ਜੀ ਠੱਕਰ ਬੱਪਾ। ਲਿਖ ਲੈਣਾ ਤੁਸੀਂ, ਠੱਕਰ ਬੱਪਾ। ਇਸਨੇ ਪਹਿਲੀ ਵਾਰ ਆਦੀਵਾਸੀ ਸ਼ਬਦ ਯੂਜ਼ ਕੀਤਾ ਟਰਾਈਬਲ ਲੋਕਾਂ ਲਈ। ਕੌਣ ਸੀ ਜੀ ਠੱਕਰ ਬਾਪਾ? ਦੇਖੋ, ਇਸ ਤਰ੍ਹਾਂ ਦੇ ਕੁਐਸਚਨ ਨਾ ਘੁਮਾ ਫੜਾ ਕੇ ਵੀ ਪੁੱਛ ਸਕਦੇ ਆ ਕਿ ਉਹ ਕਿਹੜਾ ਬੰਦਾ ਸੀ ਜਿਹਨੂੰ ਉਹਦੇ ਨਾਂ ਦਾ ਸਰਨੇਮ ਮਹਾਤਮਾ ਗਾਂਧੀ ਨੇ ਦਿੱਤਾ ਸੀ, ਉਹਨੇ ਟਰਾਈਬਲਸ ਲਈ ਕਾਫੀ ਕੰਮ ਕੀਤਾ, ਉਹਨੂੰ ਹਰੀਜਨਾਂ ਦਾ ਪਿਤਾ ਵੀ ਕਿਹਾ ਜਾਂਦਾ ਸੀ। ਇਸ ਤਰ੍ਹਾਂ ਦੇ ਪ੍ਰਸ਼ਨ, ਇਸ ਤਰ੍ਹਾਂ ਦੀ ਕੋਡ ਤੁਹਾਨੂੰ ਦੇ ਦੇਣੇ ਆ, ਲਾਈਨਾਂ ਦੇ ਦੇਣੀਆਂ ਤੇ ਪੁੱਛਿਆ ਜਾਣਾ ਕੌਣ ਸੀ ਉਹ। ਹੁਣ ਤੁਹਾਨੂੰ ਲੱਗਣਾ ਕਿ SC ST ਲਈ ਕੰਮ ਜ਼ਿਆਦਾ ਕੀਤਾ ਡਾਕਟਰ ਅੰਬੇਦਕਰ ਨੇ, ਤਾਂ ਇਹ ਡਾਕਟਰ ਅੰਬੇਦਕਰ ਆਨਸਰ ਹੋਏਗਾ। ਇਸ ਤਰ੍ਹਾਂ ਨਾ UPSC ਘੁੰਮਣ ਘੇਰੀਆਂ 'ਚ ਪਾ ਦਿੰਦਾ, ਤੁਸੀਂ ਨਾ ਧਿਆਨ ਨਾਲ ਇਹਨੂੰ ਪੜ੍ਹ ਲੈਣਾ। ਪੜ੍ਹਦੇ ਹਾਂ ਜੀ। ਅੰਮ੍ਰਿਤ ਲਾਲ ਬਿੱਠਲ ਦਾਸ ਠੱਕਰ, ਜੋ ਕਿ ਠੱਕਰ ਬਾਬਾ 1869 ਤੋਂ 1951 ਤੱਕ ਦੇ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਸਮਾਜ ਸੇਵੀ ਸੀ ਜਿਸ ਨੇ ਭਾਰਤ ਵਿੱਚ ਗੁਜਰਾਤ ਰਾਜ ਵਿੱਚ ਕਬਾਇਲੀ ਲੋਕਾਂ ਦੇ ਵਿਕਾਸ ਲਈ ਕੰਮ ਕੀਤਾ। ਕਿਹਨਾਂ ਲਈ? ਕਬਾਇਲੀ, ਸ਼ੈਡਿਊਲਡ ਟ੍ਰਾਈਬਸ, ਕਬਾਇਲੀ। ਉਹ 1914 ਵਿੱਚ ਗੋਪਾਲ ਕ੍ਰਿਸ਼ਨ ਗੋਖਲੇ ਦੁਆਰਾ 1905 ਵਿੱਚ ਸਥਾਪਿਤ ਕੀਤੀ ਗਈ ਸਰਵੈਂਟਸ ਆਫ ਇੰਡੀਆ ਸੁਸਾਇਟੀ ਦਾ ਮੈਂਬਰ ਬਣਿਆ। ਹੁਣ ਦੱਸੋ ਜੀ, ਸਰਵੈਂਟਸ ਆਫ ਇੰਡੀਆ ਸੁਸਾਇਟੀ ਕਿਹਨਾਂ ਦੀ ਸੀ? ਗੋਪਾਲ ਕ੍ਰਿਸ਼ਨ ਗੋਖਲੇ ਦੀ। 1922 ਵਿੱਚ ਉਸਨੇ ਭੀਲ ਸੇਵਾ ਮੰਡਲ ਦੀ ਸਥਾਪਨਾ ਕੀਤੀ। ਭੀਲ ਕੀ ਆ? ਟਰਾਈਬਲਸ ਕਮਿਊਨਿਟੀ ਹੈ ਜੀ। ਬਾਅਦ ਵਿੱਚ ਉਹ 1932 ਵਿੱਚ ਮਹਾਤਮਾ ਗਾਂਧੀ ਦੁਆਰਾ ਸਥਾਪਿਤ ਹਰੀਜਨ ਸੇਵਕ ਸੰਘ ਦੇ ਜਨਰਲ ਸਕੱਤਰ ਬਣ ਗਏ। ਇਹ ਪੁੱਛਿਆ ਜਾ ਸਕਦਾ ਕਿ ਉਹ ਮਹਾਤਮਾ ਗਾਂਧੀ ਦੁਆਰਾ ਸਥਾਪਿਤ ਹਰੀਜਨ ਸੇਵਕ ਸੰਘ ਦੇ ਜਨਰਲ ਸਕੱਤਰ ਵੀ ਰਹੇ। ਉਹ ਕੌਣ ਸੀ ਜੀ? ਉਹਨਾਂ ਨੂੰ ਸੰਵਿਧਾਨ ਸਭਾ ਦੀ ਇੱਕ ਸਬ ਕਮੇਟੀ ਬੇਹੱਦ ਅਤੇ ਅੰਸ਼ਕ ਤੌਰ ਤੇ ਬਾਹਰ ਕੱਢੇ ਗਏ ਖੇਤਰਾਂ ਅਸਮ ਤੋਂ ਇਲਾਵਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਇਹ ਵੀ ਸੀ ਜੀ। ਮਹਾਤਮਾ ਗਾਂਧੀ ਉਹਨਾਂ ਨੂੰ ਬਾਬਾ ਕਹਿੰਦੇ ਸਨ। 1939 ਵਿੱਚ ਆਪਣੀ ਇੱਕ ਅਪੀਲ ਵਿੱਚ ਮਹਾਤਮਾ ਗਾਂਧੀ ਨੇ ਉਹਨਾਂ ਨੂੰ ਹਰੀਜਨਾਂ ਦਾ ਪਿਤਾ ਵੀ ਕਿਹਾ ਸੀ। ਇਹ ਗੱਲ ਹੋ ਗਈ। ਠੱਕਰ ਬਾਬਾ। ਮੈਚ ਲਿਸਟ 1 ਵਿਦ ਲਿਸਟ 2 ਐਂਡ ਸਿਲੈਕਟ ਦਾ ਕਰੈਕਟ ਆਂਸਰ। ਦੇਖੋ ਜੀ, ਇਹ ਤੁਹਾਨੂੰ ਨਾ ਦੱਸੇ ਗਏ ਆ ਜੀ। ਗਵਰਨਰ ਜਨਰਲ ਕੌਣ ਸੀ? ਗਵਰਨਰ ਜਨਰਲ ਆਫ ਪ੍ਰੈਜ਼ੀਡੈਂਸੀ ਆਫ ਫੋਰਟ ਵਿਲੀਅਮ ਇਨ ਬੰਗਾਲ ਅੰਡਰ ਰੈਗੂਲੇਟਿੰਗ ਐਕਟ ਆਫ 1773। ਗਵਰਨਰ ਜਨਰਲ ਆਫ ਇੰਡੀਆ ਅੰਡਰ ਚਾਰਟਰ ਐਕਟ ਆਫ 1833। ਗਵਰਨਰ ਐਂਡ ਵਾਇਸਰਾय ਆਫ ਇੰਡੀਆ ਅੰਡਰ ਇੰਡੀਅਨ ਕਾਉਂਸਿਲ ਐਕਟ ਆਫ 1858। ਗਵਰਨਰ ਜਨਰਲ ਐਂਡ ਕਰਾਊਨ ਰਿਪਰੈਜ਼ੈਂਟੇਟਿਵ ਅੰਡਰ ਗਵਰਨਮੈਂਟ ਆਫ ਇੰਡੀਆ ਐਕਟ 1935। ਸਿੰਪਲ ਜੀ ਗੱਲ ਆ ਵੀ ਆਪਾਂ ਦੇਖਣਾ ਗਵਰਨਰ ਜਨਰਲ 1773 'ਚ ਕੌਣ ਸੀ, 1833 ਵਿੱਚ ਕੌਣ ਸੀ, 1858 ਵਿੱਚ ਕੌਣ ਸੀ ਤੇ 1935 ਵਿੱਚ ਕੌਣ ਸੀ। ਆਹ ਨਾਂ ਦਿੱਤੇ ਗਏ ਆ ਜੀ। ਇਹ ਥੋੜ੍ਹਾ ਪ੍ਰਸ਼ਨ ਟਫ ਆ, ਦੇਖ ਲੈਂਦੇ ਆਂਸਰ ਸਿੱਧਾ ਜੀ। ਇਹ ਆਂਸਰ ਆ ਜੀ, ਦੇਖ ਲਓ। The Earl Cornwallis took office on September 1786 and left office on 28 October 1793। ਆਪਾਂ ਇੱਥੋਂ ਦੇਖਦੇ ਹਾਂ ਜੀ। 73 ਵਿੱਚ ਸੀਗਾ ਜੀ ਤੀਜਾ ਚਾਰਲਸ ਕੌਰਨਵਾਲਿਸ, ਅਲ, ਸੈਕੰਡ ਅਲ ਐਂਡ ਫਸਟ ਮਾਰਕਿਸ ਆਫ ਕੌਰਨਵਾਲਿਸ। ਆਇਆ ਜੀ ਤੀਜਾ। 20 ਦਾ ਦੂਜਾ ਆ ਜੀ ਗਵਰਨਰ ਜਨਰਲ ਆਫ ਇੰਡੀਆ 1833 ਵਿੱਚ। ਕਿਹੜਾ ਜੀ? ਜੇਮਸ ਐਂਡਰਿਊ ਬਰਾਊਨ ਰੈਮਸੇ, ਅਰਲ ਐਂਡ ਮਾਰਕਸ ਆਫ ਡਲਹੌਜੀ। ਠੀਕ ਹੈ ਜੀ। ਸੀ ਦਾ ਚੌਥਾ ਹੈ ਜੀ ਗਵਰਨਰ ਜਨਰਲ ਐਂਡ ਵਾਇਸਰਾय ਕਦੋਂ? 1858। ਇਹ ਤੁਹਾਡਾ ਹੋ ਗਿਆ ਜੀ ਲੂਇਸ ਮਾਊਂਟਬੈਟਨ। ਠੀਕ। ਇਹ ਥੋੜ੍ਹਾ ਪ੍ਰਸ਼ਨ ਟਫ ਆ ਜੀ, ਜੇ ਨਹੀਂ ਆਉਂਦਾ ਤਾਂ ਛੱਡ ਦਿਓ। ਡੀ ਦਾ ਹੋ ਗਿਆ ਪਹਿਲਾ। 1935 'ਚ ਕਿਹੜਾ ਗਵਰਨਰ ਜਨਰਲ ਸੀ?
ਆਰਚੀਬਾਲਡ ਪਰਸੀਵਲ ਬੇਵਲ ਸੀ ਜੀ, ਹਾਂ ਬੇਵਲ। ਇਹ ਤੁਸੀਂ ਪੜ੍ਹ ਲੈਣਾ ਜੀ, ਕੋਈ ਸੌਖਾ ਜਿਹਾ ਹੋਵੇ ਇੱਕ ਦੋ ਉਹ ਯਾਦ ਕਰ ਲੈਣਾ, ਅਦਰਵਾਈਜ਼ ਸਕਿਪ ਕਰ ਦੇਣਾ ਜੀ, ਇਹ ਥੋੜਾ ਟਫ ਆ, ਇਹ ਦੇਖ ਲਿਓ ਜੀ ਇਹਨੂੰ। ਆਹ ਗੱਲ ਆ ਜੀ ਕਿਸੇ ਬਾਰੇ ਲਿਖੀ ਗਈ, ਹਿਜ਼ ਪ੍ਰਿੰਸੀਪਲ ਫੋਰਟੇ ਵਾਸ ਸੋਸ਼ਲ ਐਂਡ ਰਿਲੀਜੀਅਸ ਰਿਫਾਰਮ, ਸਮਾਜਿਕ ਤੇ ਧਾਰਮਿਕ ਸੁਧਾਰ ਕਰਨਾ ਸੀ, ਇਹ ਇਹਦਾ ਮੇਨ ਏਮ ਸੀ। ਕਿਸੇ ਬੰਦੇ ਦੀ ਗੱਲ ਹੋ ਰਹੀ ਆ। ਹੀ ਰਿਲਾਈਡ ਅਪੋਨ ਲੈਜਿਸਲੇਸ਼ਨ ਟੂ ਡੂ ਅਵੇ ਵਿਦ ਸੋਸ਼ਲ ਇਲਸ, ਸਮਾਜਿਕ ਜਿਹੜੀ ਬੁਰਾਈਆਂ ਆ ਉਹਨੂੰ ਦੂਰ ਕਰਨ ਲਈ ਉਹਨੇ ਕੀ ਕੀਤਾ, ਕਹਿੰਦਾ ਵੀ ਕਾਨੂੰਨ ਬਣਾਏ ਜਾਣ, ਕਾਨੂੰਨਾਂ ਉੱਤੇ ਜ਼ੋਰ ਦਿੱਤਾ ਵੀ ਕਾਨੂੰਨ ਚੰਗੇ ਬਣਨ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ। ਐਂਡ ਵਰਕ ਅਨਸੀਜ਼ਿੰਗਲੀ ਫॉर द एरेडिकेशन ऑफ चाइल्ड मैरिज एंड द पर्दा सिस्टम ਤੇ ਚਾਈਲਡ ਮੈਰਿਜ ਦੇ ਖਿਲਾਫ ਉਹਨੇ ਕੰਮ ਕੀਤਾ। ਟੂ ਐਨਕਰੇਜ ਕੰਸੀਡਰੇਸ਼ਨ ਆਫ ਸੋਸ਼ਲ ਪ੍ਰੋਬਲਮਸ ਔਨ ਦ ਨੈਸ਼ਨਲ ਸਕੇਲ, ਹੀ ਇਨਆਰਗੂਰੇਟਡ ਦ ਇੰਡੀਅਨ ਨੈਸ਼ਨਲ ਸੋਸ਼ਲ ਕਾਨਫਰੰਸ, ਇੰਡੀਅਨ ਨੈਸ਼ਨਲ ਸੋਸ਼ਲ ਕਾਨਫਰੰਸ ਵੀ ਉਹਨੇ ਚਲਾਈ, which for many years met its annual session alongside the Indian National Congress। ਇਹ ਗੱਲ ਆ ਤੁਸੀਂ ਨੋਟ ਕਰਿਓ ਵੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਕਿਹਾ ਸੀਗਾ ਸ਼ੁਰੂਆਤੀ ਦੌਰ ਵਿੱਚ ਵੀ ਅਸੀਂ ਸਮਾਜਿਕ ਮੁੱਦੇ ਨਹੀਂ ਹਲੇ ਚੱਕਣੇ, ਕਿਉਂਕਿ ਸਮਾਜਿਕ ਮੁੱਦੇ ਚੱਕਾਂਗੇ ਤਾਂ ਸਮਾਜ ਸਾਡਾ ਵਿਰੋਧ ਕਰ ਸਕਦਾ। ਹਲੇ ਸਮਾਜ ਵਿੱਚ ਉਨੀ ਜਾਗ੍ਰਿਤੀ ਨਹੀਂ ਆਈ, ਅਸੀਂ ਆਪਣਾ ਸਮਾਜ ਵਿੱਚ ਇੰਨਾ ਬੇਸ ਨਹੀਂ ਬਣਾਇਆ, ਇਸ ਕਰਕੇ ਸ਼ੁਰੂਆਤੀ ਦੌਰ ਵਿੱਚ ਅਸੀਂ ਆਪਣੀ ਪਾਲਿਸੀਆਂ ਅੰਗਰੇਜ਼ਾਂ ਦੇ ਵਿਰੁੱਧ ਰੱਖਾਂਗੇ, ਨਾ ਕਿ ਸਮਾਜ ਦੇ ਵਿਰੁੱਧ ਰੱਖਾਂਗੇ। ਪਰ ਸਮਾਜ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਨਾ ਸਾਈਡ ਬਾਏ ਸਾਈਡ ਇੰਡੀਅਨ ਨੈਸ਼ਨਲ ਸੋਸ਼ਲ ਕਾਨਫਰੰਸ ਬਣਾਈ ਗਈ ਸੀ, ਜੋ ਕਿ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੀਟਿੰਗ ਹੁੰਦੀ ਸੀ ਅਲੋਂਗ ਸਾਈਡ ਇਹਦਾ ਵੀ ਸੈਸ਼ਨ ਚੱਲਦਾ ਸੀ ਸੋਸ਼ਲ ਕਾਨਫਰੰਸ ਵਾਲਾ। ਹੁਣ ਆਹ ਗੱਲ ਕਿਸ ਬੰਦੇ ਲਈ ਕਹੀ ਗਈ ਆ? ਸ਼ੁਰੂਆਤੀ ਤੌਰ ਤੇ ਜਿਹੜੇ ਸਾਡੇ ਸੋਸ਼ਲ ਰਿਫਾਰਮਰਸ ਆ ਉਹਨਾਂ ਦੀ ਗੱਲ ਹੋ ਰਹੀ ਹੈ ਜੀ। ਇਹ ਹੈ ਜੀ ਮਹਾਦੇਵ ਗੋਬਿੰਦ ਰਾਨਾਡੇ, MG ਰਾਨਾਡੇ। ਰਾਨਾਡੇ ਨੇ ਬਾਲ ਵਿਆਹ, ਵਿਧਵਾ ਪੁਨਰ ਵਿਆਹ ਅਤੇ ਔਰਤਾਂ ਦੇ ਅਧਿਕਾਰਾਂ ਦੇ ਖੇਤਰਾਂ ਵਿੱਚ ਸਮਾਜਿਕ ਸੁਧਾਰਾਂ ਲਈ ਕੰਮ ਕੀਤਾ। ਉਹ ਇੱਕ ਉੱਘੇ ਭਾਰਤੀ ਵਿਦਵਾਨ ਸਨ, ਸਮਾਜ ਸੁਧਾਰਕ ਅਤੇ ਲੇਖਕ ਵੀ ਸਨ। ਅਜਾ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਇੱਥੇ, ਰਾਣਾ ਦੇ ਤੇ ਜੋਤੀਬਾ ਫੂਲੇ ਦੇ ਵਿੱਚ ਡਿਬੇਟ ਆ, ਤੇ ਉੱਥੇ ਡਿਬੇਟ ਆ, ਉਹਨਾਂ ਦੀ ਆਪਸ 'ਚ ਗੱਲਬਾਤ ਆ। ਡਿਸਕਵਰੀ ਆਫ ਇੰਡੀਆ ਵਿੱਚ ਵੀ ਦਿਖਾਇਆ ਗਿਆ ਆ ਕਿ ਜੋਤੀਬਾ ਫੂਲੇ ਕਹਿੰਦੇ ਕਿ ਤੁਸੀਂ ਗੱਲਾਂ ਕਰਦੇ ਆ ਬਾਲ ਵਿਆਹ ਦੇ ਖਿਲਾਫ ਦੀਆਂ, ਪਰ ਰਾਣਾ ਦੇ ਨੇ ਨਾ ਖੁਦ ਆਪਣਾ ਜਿਹੜਾ ਸੈਕਿੰਡ ਮੈਰਿਜ ਹੈ ਨਾ, ਆਈ ਥਿੰਕ ਹਾਂ ਆਪਣਾ ਵਿਆਹ ਇੱਕ ਛੋਟੀ ਉਮਰ ਦੀ ਕੁੜੀ ਨਾਲ ਕਰਾਇਆ ਸੀ। ਫਿਰ ਜੋਤੀਬਾ ਫੂਲੇ ਨੇ ਕਿਹਾ ਕਿ ਤੁਸੀਂ ਗੱਲਾਂ ਕਰਦੇ ਆ ਸੋਸ਼ਲ ਰਿਫਾਰਮ ਦੀਆਂ, ਪਰ ਆਪਣੀ ਹੀ ਲਾਈਫ ਵਿੱਚ ਤੁਸੀਂ ਇਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ, ਤਾਂ ਫਿਰ ਤੁਹਾਡੀਆਂ ਗੱਲਾਂ ਦਾ ਕੀ ਫਾਇਦਾ। ਇਹ ਗੱਲ ਕਰਕੇ ਜੋਤੀਬਾ ਫੂਲੇ ਇਹਨਾਂ ਦੇ ਖਿਲਾਫ ਸਨ ਵੀ ਭਾਈ ਤੁਹਾਡੀ ਕਥਨੀ ਤੇ ਕਰਨੀ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ। ਅੱਗੇ ਦੇਖੋ ਜੀ, ਦ ਫੋਲੋਇੰਗ ਐਡਵਰਟਾਈਜ਼ਮੈਂਟ, ਅਖਬਾਰ ਵਿੱਚ ਐਡਵਰਟਾਈਜ਼ਮੈਂਟ ਆਈ ਆ। ਕਿਹੜੇ ਅਖਬਾਰ ਵਿੱਚ? ਟਾਈਮਸ ਆਫ ਇੰਡੀਆ। 7 ਅਗਸਤ। ਸਾਲ ਦੱਸਣਾ ਜੀ ਅਸੀਂ ਵੀ ਉਹ ਕਿਹੜਾ ਸਾਲ ਸੀ ਜਦੋਂ ਆਹ ਵਾਲੀ ਇਸ਼ਤਿਹਾਰ, ਆਹ ਵਾਲੀ ਐਡਵਰਟਾਈਜ਼ਮੈਂਟ ਅਖਬਾਰ ਵਿੱਚ ਆਈ ਸੀ। ਦ ਮਾਰਵਲ ਆਫ ਦ ਸੈਂਚੁਰੀ, ਦ ਵੰਡਰ ਆਫ ਦ ਵਰਲਡ, ਲਿਵਿੰਗ ਫੋਟੋਗ੍ਰਾਫਿਕ ਪਿਕਚਰਸ ਇਨ ਲਾਈਫ ਸਾਈਜ਼ਡ ਰਿਪਰੋਡਕਸ਼ਨਸ ਬਾਏ ਮੈਸਰਸ ਲਿਊਮੀਅਰ ਬ੍ਰਦਰਸ ਸਿਨੇਮੈਟੋਗ੍ਰਾਫੀ। A few exhibition will be given at Watson's Hotel tonight। ਠੀਕ ਹੈ ਨਾ, ਇਹ ਬੇਸਿਕਲੀ ਨਾ ਸਾਡੇ ਪਹਿਲੇ ਸਿਨੇਮਾ ਦੀ ਐਡਵਰਟਾਈਜ਼ਮੈਂਟ ਆ, ਲਾਈਫ ਸਾਈਜ਼ ਰੀਪਰੋਡਕਸ਼ਨ ਫੋਟੋਗ੍ਰਾਫਿਕ ਪਿਕਚਰਸ। ਇਹ 1896 ਦੀ ਗੱਲ ਹੋ ਰਹੀ ਹੈ ਜੀ। 1896 ਮਤਲਬ 1900 ਤੋਂ ਪਹਿਲਾਂ ਦੀ ਗੱਲ ਹੋ ਰਹੀ ਆ। ਇਹ 7 ਅਗਸਤ 1896 ਨੂੰ ਟਾਈਮਸ ਆਫ ਇੰਡੀਆ ਵਿੱਚ ਭਾਰਤੀ ਸਿਨੇਮਾ ਦਾ ਪਹਿਲਾ ਇਸ਼ਤਿਹਾਰ ਸੀ। ਠੀਕ ਹੈ ਜੀ, ਅੱਗੇ ਦੇਖੋ ਜੀ, who among the following was the first European to initiate the policy of taking part in the quarrels of Indian princes with a view to acquire territories। ਉਹ ਕਿਹੜਾ ਯੂਰੋਪੀਅਨ ਬੰਦਾ ਸੀ? ਉਹ ਇਹਦੇ ਮਨ 'ਚ ਇਹ ਸੀਗਾ ਕਿ ਅਸੀਂ ਨਾ ਜਿਹੜੇ ਭਾਰਤੀ ਰਜਵਾੜੇ ਆ ਨਾ, ਰਾਜੇ ਆ, ਉਹਨਾਂ ਦੇ ਇੰਟਰਨਲ ਅਫੇਅਰਸ ਵਿੱਚ ਦਾਖਲ ਹੋ ਜਾਈਏ ਅਤੇ ਫਿਰ ਹੌਲੀ ਹੌਲੀ ਉਹਨਾਂ ਦਾ ਹਿੱਸਾ ਅਪਣਾ ਲਈਏ, ਉਹਨਾਂ ਦਾ ਜ਼ਮੀਨ, ਉਹਨਾਂ ਦੀ ਰਿਆਸਤ ਅਪਣਾ ਲਈਏ। ਮਤਲਬ ਇੰਟਰਨਲ ਇੰਟਰਫੇਰੈਂਸ ਸ਼ੁਰੂ ਕਰਤਾ ਸੀ। ਉਹ ਕੌਣ ਸੀ ਜੀ? ਤੁਸੀਂ ਥੋੜ੍ਹੀ ਬਹੁਤੀ ਹਿਸਟਰੀ ਪੜ੍ਹੀ ਹੋਏਗੀ, ਉੱਥੇ ਆਉਂਦੀ ਇਹ ਗੱਲ, ਇਹ ਫਰਾਂਸੀਸੀਆਂ ਨੇ ਗੱਲ ਸ਼ੁਰੂ ਕੀਤੀ ਸੀ। ਜਿੱਦਾਂ ਮੰਨ ਲਓ ਕਿ ਸਾਊਥ ਵਿੱਚ ਆ, ਇੱਕ ਇੱਥੇ ਰਾਜਾ ਆਇਆ, ਇੱਕ ਇੱਥੇ ਰਾਜਾ ਆਇਆ, ਹੈ ਨਾ, ਇੱਕ ਇਨਵੋਲਵ ਹੋ ਕੇ ਇਹਨਾਂ ਨੂੰ ਇੱਕ ਦੂਜੇ ਨਾਲ ਭੜਕਾਈ ਜਾਣਾ ਨਾ, ਅਤੇ ਕੁਛ ਨਾ ਕੁਛ ਪੰਗੇ ਪਾਈ ਜਾਣੇ, ਅਤੇ ਇੰਟਰਨਲ ਮੈਟਰ 'ਚ ਇਨਵੋਲਵ ਹੋ ਕੇ ਅਤੇ ਫਿਰ ਹੌਲੀ ਹੌਲੀ ਇਹਨਾਂ ਦੀ ਟੈਰੀਟਰੀ ਨੂੰ ਅਕਵਾਇਰ ਕਰ ਲੈਣਾ। ਇਹ ਪਾਲਿਸੀ ਸ਼ੁਰੂਆਤ ਵਿੱਚ ਕਿਹੜੇ ਯੂਰੋਪੀਅਨ ਨੇ ਯੂਜ਼ ਕੀਤੀ ਸੀ?
ਇਹ ਫਰਾਂਸੀਸੀਆਂ ਨੇ ਕੀਤੀ ਸੀ ਤੇ ਫਰਾਂਸੀਸੀਆਂ ਦਾ ਮੇਨ ਬੰਦਾ ਸੀ ਜੀ ਡੁਪਲਿਕਸ ਨੇ ਕੀਤੀ ਸੀ। ਕੰਸੀਡਰ ਦਾ ਫੋਲੋਇੰਗ ਲੈਂਡਮਾਰਕਸ ਇਨ ਇੰਡੀਅਨ ਐਜੂਕੇਸ਼ਨ ਦੀ ਗੱਲ ਹੋ ਰਹੀ ਹੈ ਜੀ। ਕਿਹੜੀ ਸੰਸਥਾ ਬਣੀ ਸੀ? ਹਿੰਦੂ ਕਾਲਜ ਬਣਿਆ ਕਲਕੱਤਾ ਵਿੱਚ, ਯੂਨੀਵਰਸਿਟੀ ਆਫ ਕਲਕੱਤਾ ਬਣੀ, ਐਡਮਸ ਰਿਪੋਰਟ ਆਈ, ਵੁਡਸ ਡਿਸਪੈਚ ਆਇਆ ਜੀ। ਇਹਨਾਂ ਦੀ ਕ੍ਰੋਨੋਲੋਜੀ ਨੂੰ ਲਿਖਣਾ ਜੀ, ਕ੍ਰੋਨੋਲੋਜੀ ਨੂੰ। ਦੇਖੋ ਜੀ, ਯੂਨੀਵਰਸਿਟੀ ਬਾਅਦ 'ਚ ਬਣੀ, ਕਾਲਜ ਪਹਿਲਾਂ ਬਣਿਆ ਸੀ। ਇਹਦਾ ਮਤਲਬ ਪਹਿਲੇ ਤੋਂ ਬਾਅਦ ਦੂਜਾ, ਪਹਿਲੇ ਤੋਂ ਬਾਅਦ ਦੂਜਾ, ਪਹਿਲੇ ਤੋਂ ਬਾਅਦ ਦੂਜਾ, ਪਹਿਲੇ ਤੋਂ ਬਾਅਦ ਦੂਜਾ, ਆਹ ਡੀ ਚੱਕ ਦੋ। ਵੁਡਸ ਡਿਸਪੈਚ ਆਈ ਥਿੰਕ 1854 ਦੇ ਕਰੀਬ ਆਇਆ ਸੀ। ਪੜ੍ਹਦੇ ਆਂਸਰ ਆ ਦੇਖੋ। ਹਿੰਦੂ ਕਾਲਜ ਬਣ ਗਿਆ ਸੀ ਸ਼ੁਰੂਆਤੀ ਦੌਰ 'ਚ 1817। ਫਿਰ ਐਡਮ ਦੀ ਰਿਪੋਰਟ ਆਈ 1835-38। ਵੁਡਸ ਡਿਸਪੈਚ 1854, ਇਹ ਯਾਦ ਜ਼ਰੂਰ ਕਰ ਲਿਓ। ਵੁਡਸ ਡਿਸਪੈਚ 1854 ਇੰਪੋਰਟੈਂਟ ਆ। ਯੂਨੀਵਰਸਿਟੀ ਆਫ ਕੈਲਕੱਟਾ 1858 'ਚ ਬਣੀ। ਠੀਕ ਹੈ, ਆਂਸਰ ਹੈ ਜੀ ਪਹਿਲਾ ਕਿਹੜਾ ਜੀ? ਪਹਿਲਾਂ ਹਿੰਦੂ ਕਾਲਜ ਬਣਿਆ, ਫਿਰ ਐਡਮ ਰਿਪੋਰਟ, ਫਿਰ ਵੁਡਸ ਡਿਸਪੈਚ ਤੇ ਫਿਰ ਯੂਨੀਵਰਸਿਟੀ ਆਫ ਕੈਲਕੱਟਾ। ਆਹ ਦੇਖ ਲਓ, ਯੂਨੀਵਰਸਿਟੀ 1858 'ਚ ਬਣੀ ਆ, ਵੁਡਸ ਡਿਸਪੈਚ 54 'ਚ ਆਇਆ ਜੀ। ਹਿੰਦੂ ਕਾਲਜ ਪਹਿਲਾਂ ਬਣ ਗਿਆ। ਅੱਗੇ ਦੇਖੋ, ਵਿਚ ਵਨ ਆਫ ਦ ਫੋਲੋਇੰਗ ਇਜ਼ ਐਨ ਇੰਪੋਰਟੈਂਟ ਹਿਸਟੋਰੀਕਲ ਨਾਵਲ ਰਿਟਨ ਡਿਊਰਿੰਗ ਦ ਲੈਟਰ ਹਾਫ ਆਫ ਦ 19th ਸੈਂਚੁਰੀ। 19ਵੀਂ ਸ਼ਤਾਬਦੀ ਦੇ ਦੂਸਰਾ ਹਾਫ, ਮਤਲਬ 1850 ਤੋਂ ਲੈ ਕੇ 1900 ਤੱਕ ਦੇ ਵਿੱਚ ਲਿਖਿਆ ਗਿਆ ਜੀ ਇਹ ਨਾਵਲ। ਤੇ ਕੀ ਆ ਇਹ? ਬਹੁਤ ਇੰਪੋਰਟੈਂਟ ਹਿਸਟੋਰੀਕਲ ਇਤਿਹਾਸਿਕ ਨਾਵਲ ਆ। ਰਾਸ਼ਟਰਗੁਫਟਰ, ਮਰਾਠਾ, ਦੁਰਗੇਸ਼ ਨੰਦਨੀ, ਨਿਬੰਧਮਾਲਾ, ਇਹ ਆ ਜੀ ਦੁਰਗੇਸ਼ ਨੰਦਨੀ। ਆਉਂਦਾ ਆ ਕਰ ਦੇਣਾ, ਨਹੀਂ ਤਾਂ ਛੱਡ ਕੇ ਆਉਣਾ। ਦੁਰਗੇਸ਼ ਨੰਦਨੀ ਸੀ ਜੀ ਇਹ। ਹੁਣ ਤੁਸੀਂ ਇਹਨੂੰ ਯਾਦ ਕਰ ਲੈਣਾ, ਥੋੜ੍ਹਾ ਪੜ੍ਹ ਲੈਂਦੇ ਹਾਂ। ਦੁਰਗੇਸ਼ ਨੰਦਨੀ ਨੂੰ ਬੰਕਿਮ ਚੰਦਰ ਚੈਟਰਜੀ ਦੁਆਰਾ 1862-64 ਵਿੱਚ ਬਾਂਗਲਾ ਵਿੱਚ ਲਿਖਿਆ ਗਿਆ ਸੀ। ਦੁਰਗੇਸ਼ ਨੰਦਨੀ ਇੱਕ ਬੰਗਾਲੀ ਇਤਿਹਾਸਕ ਰੋਮਾਂਸ ਨਾਵਲ ਹੈ ਜੋ 1865 ਵਿੱਚ ਭਾਰਤੀ ਲੇਖਕ ਬੰਕਿਮ ਚੰਦਰ ਚਟੋਪਾਧਿਆਏ ਦੁਆਰਾ ਲਿਖਿਆ ਗਿਆ ਸੀ। ਚਟੋਪਾਧਿਆਏ ਚੈਟਰਜੀ ਸੇਮ ਚੀਜ਼ ਹੈ ਜੀ। ਦੁਰਗੇਸ਼ ਨੰਦਨੀ ਇੱਕ ਮੁਗਲ ਜਰਨੈਲ ਜਗਤ ਸਿੰਘ, ਆ ਦੇਖੋ ਹੁਣ ਕਿ ਕਿਹਦੀ ਲਵ ਸਟੋਰੀ ਆ, ਹੈ ਹਿਸਟੋਰੀਕਲ ਕੰਟੈਕਸਟ ਦੇ ਨਾਲ ਹੀ ਰੋਮਾਂਟਿਕ ਵੀ ਆ। ਮੁਗਲ ਜਰਨੈਲ ਜਗਤ ਸਿੰਘ, ਇੱਕ ਬੰਗਾਲੀ ਜੰਗੀਰਦਾਰ ਦੀ ਧੀ ਤਿਲੋਤਮਾ ਅਤੇ ਇੱਕ ਬਾਗੀ ਪਠਾਨ ਨੇਤਾ ਦੀ ਧੀ ਆਇਸ਼ਾ, ਜਿਸ ਦੇ ਵਿਰੁੱਧ ਜਗਤ ਸਿੰਘ ਜੰਗ ਲੜ ਰਿਹਾ ਸੀ ਵਿਚਕਾਰ ਪ੍ਰੇਮ ਤਿਕੋਣ ਦੀ ਕਹਾਣੀ ਹੈ। ਤੁਸੀਂ ਬਹੁਤਾ ਡਿਟੇਲ ਨਹੀਂ ਪੜ੍ਹਨਾ। ਹਾਂ ਵੀ ਇਹ 3 ਐਂਗਲ ਤੋਂ ਪ੍ਰੇਮ ਦੀ ਕਹਾਣੀ ਆ, ਇਤਿਹਾਸਿਕ ਵੀ ਆ। ਇਹ ਕਹਾਣੀ ਪਠਾਨ ਮੁਗਲ ਟਕਰਾਅ ਦੀ ਪਿੱਠ ਭੂਮੀ ਵਿੱਚ ਸੈੱਟ ਕੀਤੀ ਗਈ ਹੈ। ਦੇਖੋ, ਦੋਨੋਂ ਮੁਸਲਿਮ ਆ, ਇੱਕ ਪਾਸੇ ਪਠਾਨ ਆ ਤੇ ਇੱਕ ਪਾਸੇ ਮੁਗਲ ਆ, ਜੋ ਅਕਬਰ ਦੇ ਰਾਜ ਦੌਰਾਨ ਆਧੁਨਿਕ ਭਾਰਤੀ ਰਾਜ ਪੱਛਮ ਬੰਗਾਲ ਦੇ ਦੱਖਣ ਪੱਛਮੀ ਖੇਤਰ ਵਿੱਚ ਹੋਏ ਸਨ। ਇੱਕ ਪਾਸੇ ਪਠਾਨ ਆ, ਇੱਕ ਪਾਸੇ ਕੌਣ ਆ? ਮੁਗਲ ਆ, ਹੈ ਦੋਨੋਂ ਮੁਸਲਿਮ। ਅਗਲਾ ਪ੍ਰਸ਼ਨ, who among the following was associated with the suppression of thugs? ਜਿਹੜੇ ਠੱਗ ਸੀ, ਠੱਗ ਲੁੱਟਾਂ ਖੋਹਾਂ ਕਰਦੇ ਸੀ, ਡਾਕੂ ਕਹਿ ਲਓ ਤੁਸੀਂ। ਡਾਕੂਆਂ ਨੂੰ ਦਬਾਉਣ ਲਈ ਇੱਕ ਬੰਦਾ ਮਸ਼ਹੂਰ ਆ, ਉਹ ਕੌਣ ਆ ਜੀ? ਆਹ 4-5 ਦਿੱਤੇ ਆ ਨਾਂ ਜੀ, 4 ਨਾਂ ਦਿੱਤੇ ਅੰਗਰੇਜ਼ਾਂ ਦੇ। ਆਂਸਰ ਹੈ ਜੀ ਕੈਪਟਨ ਸਲੀਮੈਨ। ਕੈਪਟਨ ਵਿਲੀਅਮ ਸਲੀਮਨ ਨੂੰ ਲਾਰਡ ਵਿਲੀਅਮ ਬੈਂਟਿਕ ਉਸ ਦੁਆਰਾ ਠੱਗਾਂ ਨੂੰ ਦਬਾਉਣ ਲਈ ਨਿਯੁਕਤ ਕੀਤਾ ਗਿਆ ਸੀ। ਠੀਕ ਹੈ ਜੀ। ਵਾਟ ਇਜ਼ ਦ ਕਰੈਕਟ ਕ੍ਰੋਨੋਲੋਜੀਕਲ ਸੀਕੁਐਂਸ ਆਫ ਦ ਫੋਲੋਇੰਗ? ਕ੍ਰੋਨੋਲੋਜੀ ਦੱਸਣੀ ਹੈ ਜੀ, ਪਹਿਲਾ ਕਿਹੜਾ ਹੋਇਆ, ਦੂਸਰਾ ਕਿਹੜਾ ਹੋਇਆ। ਵੁਡਸ ਐਜੂਕੇਸ਼ਨ ਡਿਸਪੈਚ ਅਸੀਂ ਪੜ੍ਹਿਆ ਕਦੋਂ ਸੀ? ਇਹ 1854। ਅੱਛਾ, ਜਿਹੜਾ ਐਜੂਕੇਸ਼ਨ ਦੇ ਉੱਤੇ ਅਲੱਗ-ਅਲੱਗ ਰਿਫੋਰਮਸ ਆਏ ਆ ਨਾ, ਤੁਸੀਂ ਨਾ ਉਹਨਾਂ ਦੇ ਸੀਕੁਐਂਸ ਜ਼ਰੂਰ ਯਾਦ ਕਰ ਲਿਓ। ਪਹਿਲਾਂ ਸੀ ਮੈਕੌਲੇ 1813 ਦੇ ਕਰੀਬ, ਫਿਰ ਆਉਂਦਾ ਜੀ ਵੁਡਸ। ਠੀਕ ਹੈ ਜੀ, ਵੁਡਸ ਐਜੂਕੇਸ਼ਨ ਡਿਸਪੈਚ। ਉਸ ਤੋਂ ਬਾਅਦ ਆਉਂਦੇ ਹੋਰ ਅਲੱਗ-ਅਲੱਗ ਆਉਂਦੇ ਆ, ਜਿਸ ਤਰ੍ਹਾਂ ਰੇਲੇ ਕਮਿਸ਼ਨ ਆਇਆ ਆ, 1904-05 ਦੀ ਗੱਲ ਆ। ਠੀਕ, ਤੇ ਹੰਟਰ ਕਮਿਸ਼ਨ ਵੀ ਆ, ਇੰਪੋਰਟੈਂਟ ਹੰਟਰ ਕਮਿਸ਼ਨ, ਤੇ ਸਰਜੈਂਟ ਐਜੂਕੇਸ਼ਨ ਕਮਿਸ਼ਨ, ਐਜੂਕੇਸ਼ਨ ਰਿਪੋਰਟ। ਇਹਨਾਂ ਦੇ ਸਾਰਿਆਂ ਦੇ ਸੀਕੁਐਂਸ ਤੁਸੀਂ ਯਾਦ ਕਰ ਲੈਣੀ ਆ। ਵੁਡਸ 54 ਆ, ਮੈਕੌਲੇ ਇਸ ਤੋਂ ਪਹਿਲਾਂ ਆ। ਠੀਕ ਹੈ ਜੀ, ਪਹਿਲਾਂ ਮੈਕੌਲੇ ਫਿਰ ਵੁਡਸ। ਤਾਂ ਜਿਹੜਾ ਸਰਜੈਂਟ ਸੀ ਨਾ, ਉਹ ਜਸਟ ਆਜ਼ਾਦੀ ਤੋਂ 1-2 ਸਾਲ ਪਹਿਲਾਂ ਆਇਆ ਸੀ, ਤੇ ਹੰਟਰ ਕਮਿਸ਼ਨ ਇਨ ਬਿਟਵੀਨ ਆਇਆ ਸੀ। ਠੀਕ ਹੈ, ਤੇ ਕਰੈਕਟ ਆਂਸਰ ਕਿਹੜਾ ਹੋਇਆ ਫਿਰ? ਦੂਜਾ
ਪਹਿਲਾ ਚੌਥਾ ਤੀਜਾ, ਦੂਜਾ ਪਹਿਲਾ ਚੌਥਾ ਤੀਜਾ, ਇਹ ਆਂਦੀ ਆਂਸਰ। ਪੜ੍ਹ ਲਓ ਜੀ। ਮੈਕੌਲੇ ਮਨਿਊਟ ਔਨ ਐਜੂਕੇਸ਼ਨ 1835, ਵੁਡਸ ਡਿਸਪੈਚ ਜਿਹਨੂੰ ਕਹਿੰਦੇ ਮੈਗਨਾ ਕਾਰਟਾ ਆਫ ਇੰਗਲਿਸ਼ ਐਜੂਕੇਸ਼ਨ 1854, ਸਾਰਜੈਂਟ ਐਜੂਕੇਸ਼ਨ ਰਿਪੋਰਟ 1944, ਹੰਟਰ ਕਮਿਸ਼ਨ 1882-83। ਇਹ ਜਦੋਂ ਤੁਸੀਂ ਪੜ੍ਹੋਗੇ ਨਾ ਕਿਸੇ ਵੀ ਕਿਤਾਬ ਤੋਂ ਵੀ ਅੰਗਰੇਜ਼ਾਂ ਨੇ ਐਜੂਕੇਸ਼ਨ ਲਈ ਕੀ ਰਿਫੋਰਮ ਕੀਤੇ, ਤਾਂ ਉਹ ਜਿਹੜੇ ਕਮਿਸ਼ਨ ਆਏ ਉਹਨਾਂ ਦੀ ਸੀਕੁਐਂਸ ਜ਼ਰੂਰ ਯਾਦ ਰੱਖਿਓ ਮੇਨ ਦੀ। ਅੱਗੇ ਜੀ, ਮੈਚ ਲਿਸਟ 1 ਵਿਦ 2 ਐਂਡ ਸਿਲੈਕਟ ਦਾ ਕਰੈਕਟ ਆਂਸਰ। ਦੱਸੋ ਜੀ। ਆਹ ਅਲੱਗ-ਅਲੱਗ ਰਿਵੋਲਟ ਹੋਏ ਆ ਜੀ, ਵਿਦਰੋਹ ਹੋਏ ਆ। ਬੇਸਿਕਲੀ ਦੇਖਿਆ ਜਾਵੇ ਅੰਗਰੇਜ਼ਾਂ ਦੇ ਖਿਲਾਫ ਆ ਜੀ। ਮੋਪਲਾ ਰਿਵੋਲਟ ਕਿੱਥੇ ਹੋਇਆ ਸੀ ਜੀ? ਸਾਊਥ ਵਿੱਚ ਮਾਲਾਬਾਰ ਕੋਸਟ ਤੇ, ਮੁਸਲਿਮ ਦੁਆਰਾ। ਐਮ ਤੋਂ ਮੋਪਲਾ, ਐਮ ਤੋਂ ਮੁਸਲਿਮ, ਐਮ ਤੋਂ ਮਾਲਾਬਾਰ। ਮਾਲਾਬਾਰ ਕਿੱਥੇ ਹੈ ਜੀ? ਕੇਰਲਾ। ਓਕੇ ਜੀ। ਪਵਨਾ ਰਿਵੋਲਟ, ਪਾਵਨਾ, ਇਹ ਬਹੁਤ ਇੰਪੋਰਟੈਂਟ ਆ। ਇਹ ਹੋਇਆ ਸੀ ਤੁਹਾਡਾ ਬੰਗਾਲ ਵਿੱਚ। ਚਲੋ ਨਹੀਂ ਵੀ ਆਉਂਦਾ ਛੱਡੋ, ਕੋਈ ਗੱਲ ਨਹੀਂ, 2 ਮਿੰਟ ਲਈ ਛੱਡ ਦਿਓ। ਏਕਾ ਮੂਵਮੈਂਟ ਬੜੀ ਫੇਮਸ ਮੂਵਮੈਂਟ ਸੀ, ਇਹ ਵੀ ਕਿਸਾਨੀ ਮੂਵਮੈਂਟ ਹੋਈ ਆ। ਇਹ ਸੀ ਜੀ ਤੁਹਾਡੀ ਯੂਪੀ ਵਿੱਚ, ਮਤਲਬ ਅਵਧ। ਬਿਰਸਾ ਮੁੰਡਾ ਰਿਵੋਲਟ, ਬਿਰਸਾ ਮੁੰਡਾ ਕਿੱਥੇ? ਝਾਰਖੰਡ। ਆਂਸਰ ਵਿੱਚ ਝਾਰਖੰਡ ਹੈ ਨਹੀਂ ਗਾ, ਕਿਉਂਕਿ ਪੇਪਰ ਸੈੱਟ ਹੋਇਆ 97 ਵਿੱਚ, ਅਤੇ ਉਸ ਵੇਲੇ ਝਾਰਖੰਡ ਮਤਲਬ ਬਿਹਾਰ ਦਾ ਹੀ ਪਾਰਟ ਸੀ। ਇਹਦਾ ਆ ਗਿਆ 2। ਠੀਕ ਹੈ ਜੀ। ਪਾਵਨਾ ਬੰਗਾਲ। ਇਹ ਸਾਰੇ ਰਿਵੋਲਟ ਇੰਪੋਰਟੈਂਟ ਆ, ਤੁਸੀਂ ਯਾਦ ਕਰ ਲੈਣੇ। ਤਾਂ ਦੇਖ ਲਓ ਜੀ, ਏ ਦਾ ਪਹਿਲਾ, ਏ ਦਾ ਪਹਿਲਾ, ਏ ਦਾ ਪਹਿਲਾ, ਬੀ ਦਾ ਤੀਜਾ, ਬੀ ਦਾ ਤੀਜਾ। ਠੀਕ ਹੈ ਜੀ। ਆਹੀ ਹੋ ਗਿਆ ਆਂਸਰ। ਸੀ ਦਾ ਚੌਥਾ। ਠੀਕ ਹੈ ਜੀ। ਆਹ ਆਂਸਰ ਹੈ ਜੀ ਏ। 1921 ਵਿੱਚ ਕੇਰਲਾ ਵਿੱਚ ਮਾਲਾਬਾਰ ਵਿੱਚ ਮੋਪਲਾ ਬਗਾਵਤ ਹੋਈ। 1873 ਵਿੱਚ ਪੂਰਬੀ ਬੰਗਾਲ, ਹੁਣ ਕਿੱਥੇ ਆ? ਬੰਗਲਾਦੇਸ਼ ਵਿੱਚ, ਇਸ ਵਿੱਚ ਪਵਨਾ ਵਿਦਰੋਹ ਹੋਇਆ। ਯੂਪੀ ਦੇ ਜ਼ਿਲ੍ਹਿਆਂ ਵਿੱਚ 1921-22 ਵਿੱਚ ਏਕਾ ਅੰਦੋਲਨ ਹੋਇਆ। ਬਿਰਸਾ ਮੁੰਡਾ ਨੇ 1899 ਵਿੱਚ ਰਾਂਚੀ, ਬਿਹਾਰ, ਹੁਣ ਦਾ ਝਾਰਖੰਡ, ਉਸ ਵਿੱਚ ਬਗਾਵਤ ਕੀਤੀ ਸੀ। ਟਰਾਈਬਲ ਬਿਰਸਾ ਮੁੰਡਾ ਕਮਿਊਨਿਟੀ ਦਾ ਸੀ ਜੀ ਇਹ। ਠੀਕ। ਦ ਐਜੂਕੇਟਡ ਮਿਡਲ ਕਲਾਸ ਇਨ ਇੰਡੀਆ, ਜਦੋਂ 1857 ਦਾ ਵਿਦਰੋਹ ਹੋਇਆ ਤਾਂ ਜਿਹੜੀ ਸਾਡੀ ਪੜ੍ਹੀ ਲਿਖੀ ਮਿਡਲ ਕਲਾਸ ਸੀ, ਮੱਧ ਵਰਗ ਸੀ, ਕੀ ਉਸਨੇ ਇਸ ਰਿਵੋਲਟ ਦਾ ਵਿਰੋਧ ਕੀਤਾ, ਸਪੋਰਟ ਕੀਤਾ, ਨਿਊਟਰਲ ਰਿਹਾ, ਜਾਂ ਫਾਊਟ ਅਗੇਂਸਟ ਨੇਟਿਵ ਰੂਲਰਸ? ਕੀ ਕੀਤਾ ਜੀ? ਅਪੋਜ਼ਡ, ਸਪੋਰਟਡ। ਅਪੋਜ਼ ਤਾਂ ਨਹੀਂ ਕੀਤਾ ਸੀ ਜੀ ਉਹਨਾਂ ਨੇ। ਅਪੋਜ਼ ਦਾ ਰਿਵੋਲਟ ਆਫ 1857, ਰੁਕੋ ਜਰਾ। ਸਪੋਰਟਰ ਦਾ ਰਿਵੋਲਟ ਆਫ 1857, ਰਿਮੇਨ ਨਿਊਟਰਲ। ਇਹ ਬੇਸਿਕਲੀ ਨਿਊਟਰਲ ਰਹੇ ਸੀ। ਜਿਸ ਤਰ੍ਹਾਂ ਸਾਡੇ ਪੜ੍ਹੇ ਲਿਖੇ ਸੀ ਨਾ ਸੈਯਦ ਅਹਿਮਦ ਖਾਨ, ਹੋਰ ਵੀ, ਉਹਨਾਂ ਨੇ ਇਹ ਕਿਹਾ ਸੀਗਾ ਵੀ ਆਪਾਂ ਇਸ ਚੀਜ਼ ਤੋਂ ਕੀ ਲੈਣਾ, ਆਪਾਂ ਆਪਣੀ ਪੜ੍ਹਾਈ ਵੱਲ ਧਿਆਨ ਦੇਈਏ। ਐਜੂਕੇਟਡ ਮਿਡਲ ਕਲਾਸ ਨਿਊਟਰਲ ਰਿਹਾ ਸੀ। ਸੀ ਆਂਸਰ ਹੈ ਜੀ। 1857 ਦੀ ਬਗਾਵਤ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਨਹੀਂ ਫੈਲੀ ਸੀ। ਨਾ ਹੀ ਭਾਰਤੀ ਸਮਾਜ ਦੇ ਸਾਰੇ ਸਮੂਹਾਂ ਅਤੇ ਵਰਗਾਂ ਦੁਆਰਾ ਇਸ ਦਾ ਸਮਰਥਨ ਕੀਤਾ ਗਿਆ ਸੀ। ਦੱਖਣ ਅਤੇ ਪੱਛਮੀ ਭਾਰਤ ਵਿਦਰੋਹ ਦੇ ਘੇਰੇ ਤੋਂ ਬਾਹਰ ਰਿਹਾ। ਬਹੁਤ ਸਾਰੇ ਭਾਰਤੀ ਸ਼ਾਸਕਾਂ ਨੇ ਵਿਦਰੋਹੀਆਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਰਜਵਾੜਿਆਂ ਨੇ ਵੀ ਮਦਦ ਨਹੀਂ ਕੀਤੀ ਸੀ, ਅਤੇ ਕੁਝ ਵਿਦਰੋਹੀਆਂ ਨਾਲ ਖੁੱਲ੍ਹੇਆਮ ਦੁਸ਼ਮਣੀ ਵੀ ਕਰ ਲਈ, ਅਤੇ ਵਿਦਰੋਹ ਨੂੰ ਦਬਾਉਣ ਵਿੱਚ ਅੰਗਰੇਜ਼ਾਂ ਦੀ ਮਦਦ ਕੀਤੀ। ਕਿਹਨਾਂ ਨੇ? ਪ੍ਰਿੰਸਲੀ ਸਟੇਟਸ ਨੇ। ਠੀਕ। ਮੱਧ ਅਤੇ ਉੱਚ ਵਰਗ ਅਤੇ ਆਧੁਨਿਕ ਪੜ੍ਹੇ ਲਿਖੇ ਭਾਰਤੀਆਂ ਨੇ ਵੀ ਵਿਦਰੋਹ ਦਾ ਸਮਰਥਨ ਨਹੀਂ ਕੀਤਾ ਸੀ। ਠੀਕ। ਵਿਦਰੋਹ ਦੇ ਸਪੋਰਟ 'ਚ ਨਹੀਂ ਸੀ, ਅਤੇ ਇੱਥੇ ਡਿਡ ਨੋਟ ਸਪੋਰਟਡ ਦਾ ਰਿਵੋਲਟ, ਰਿਮੇਨ ਨਿਊਟਰਲ। ਆਇਆ ਜੀ ਸੀ ਆਂਸਰ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।